ਬਿਸਮਿਲ੍ਲਾ ਜੀ। ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਯਾਰ ਅਹਿਮਦ ਲਤੀਫ ਤੇ ਅੱਜ ਅਸੀਂ ਗੱਲ ਕਰਾਂਗੇ ਇਰਫਾਨ ਜਮੀਲ ਹੋਰਾਂ ਨਾਲ। ਇਰਫਾਨ ਜਮੀਲ ਹੋਰੀ ਸਾਡੇ ਬਹੁਤ ਪਿਆਰੇ ਦੋਸਤ ਹੈਗੇ ਨੇ, ਬਰਾਡਕਾਸਟਰ ਹੈਗੇ ਨੇ, ਆਰਟਿਸਟ ਹੈਗੇ ਨੇ, ਡਰਾਮਾ ਰਾਈਟਰ ਹੈਗੇ ਨੇ, ਨਿਊਜ਼ ਕਾਸਟਰ ਹੈਗੇ ਨੇ, ਕਿ ਨਹੀਂ ਹੈਗੇ, ਸ਼ਾਇਰ ਹੈਗੇ ਨੇ ਤੇ ਮਾਹਿਰ ਤਾਲੀਮ ਵੀ ਹੈਗੇ ਨੇ। ਤੇ ਉਹ ਬਾਵਲਪੁਰੋਂ ਆਏ, ਫਿਰ ਜਿੱਥੇ ਜਿੱਥੇ ਆਏ, ਲਾਹੌਰ ਆਏ ਤੇ ਉੱਥੇ ਛਾ ਗਏ, ਫਿਰ ਇਸਲਾਮਾਬਾਦ ਆਏ। ਤੇ ਇਹਨਾਂ ਤੋਂ ਬਗੈਰ ਸਾਡਾ ਰੇਡੀਓ ਨਹੀਂ ਚੱਲਦਾ ਕਮ ਅਜ਼ ਕਮ, ਬਾਕੀ ਸਾਰੇ ਮਾਮਲੇ ਵੀ ਚੱਲਦੇ ਪਏ। अस्सलाम वालेकुम जी। वालेकुम अस्सलाम वरहमतुल्लाह। ਇਹ ਸਰਾਇਕੀ ਬੰਦਾ ਉਹ ਕਿੱਥੋਂ ਟੁਰਿਆ, ਫਿਰ ਉਹ ਕਿੱਥੇ ਦਾ ਕਿੱਥੇ ਆ ਗਿਆ ਤੇ ਫਿਰ ਉਰਦੂ ਐਡੀ ਸੋਹਣੀ, ਇਹ ਕੀ ਗੱਲ ਹੈ ਜੀ, ਜ਼ਰਾ ਦੱਸਣਾ ਮੈਨੂੰ। ਸਰਾਇਕੀ ਵੀ ਉਹ ਜਿਹੜਾ ਚੋਲਿਸਤਾਨ ਵਿੱਚ ਉਹ ਜੰਗਲੀ ਕਿਸਮ ਦਾ ਸਰਾਇਕੀ ਜਿਹਨੂੰ ਕਹਿੰਦੇ ਨੇ। ਸਰਾਇਕੀ ਅਸਲੀ ਸਰਾਇਕੀ ਚੋਲਿਸਤਾਨ ਵਿੱਚ ਮੈਂ ਪੈਦਾ ਹੋਇਆ। ਫਿਰ ਮੈਂ ਬਹਾਵਲਪੁਰ ਸ਼ਹਿਰ ਦੇਖਿਆ, ਫਿਰ ਮੈਂ ਲਾਹੌਰ ਦੇਖਿਆ, ਮਰੀ ਦੇਖਿਆ। ਵਾਹ, ਮਰੀ ਵਿੱਚ ਸਭ ਤੋਂ ਪਹਿਲੇ ਨੌਕਰੀ ਕੀਤੀ ਮੈਂ। ਠੀਕ। ਅੱਛਾ, ਮੈਂ ਫਰਮਾ ਰਿਹਾ ਸੋ ਕਿ ਮੈਂ ਉਰਦੂ ਕਿਵੇਂ ਸਿੱਖੀ। ਹਾਂ, ਇਹ ਅਸਲ ਗੱਲ ਜੀ ਮੇਰੇ ਵਾਸਤੇ। ਉਰਦੂ ਇਸ ਤਰ੍ਹਾਂ ਸਿੱਖੀ ਕਿ ਸਾਡੇ ਪਿੰਡ ਦੇ ਕਰੀਬ ਇੱਕ ਪਿੰਡ ਸੀ, ਹਾਲਾਂਕਿ ਉਹ ਇੱਕ ਚੋਲਿਸਤਾਨੀ ਪਿੰਡ ਨੇ। ਇੱਕ ਬਜ਼ੁਰਗ ਜਿਹੜੇ ਉਸ ਵਕਤ ਯੰਗ ਸਨ ਔਰ ਆਪਣੀ ਜਵਾਨੀ ਵਿੱਚ ਹੀ ਉਹ ਗਾਇਬ ਹੋ ਗਏ। ਅੱਛਾ। ਉਸ ਵਕਤ ਮੁਤਹਿਦਾ ਹਿੰਦੁਸਤਾਨ ਸੀ ਤੇ ਉਹ ਨਿਕਲ ਗਏ ਮੁੰਬਈ। ਠੀਕ। ਔਰ ਜਦੋਂ ਵਾਪਸ ਆਏ ਤੇ ਉਹ ਮਾਸ਼ਾਅੱਲਾ 40-45 ਸਾਲ ਦੇ ਸਨ। ਵਾਹ। ਔਰ ਉਹ ਬਹੁਤ ਬੜੇ ਆਲਿਮ ਬਣ ਚੁੱਕੇ ਸਨ। ਵਾਹ ਜੀ ਵਾਹ। ਉਹਨਾਂ ਨੇ ਆ ਕੇ ਪਿੰਡ ਔਰ ਇਰਦ ਗਿਰਦ ਛੋਟੇ ਮੋਟੇ ਕੰਮ ਕਰਨੇ, ਰਾਜਗਿਰੀ ਦਾ, ਮਿਸਤਰੀ ਦਾ, ਔਰ ਇਸ ਤਰ੍ਹਾਂ ਚਾਰਪਾਈਆਂ ਬੁਣ ਲੈਣੀਆਂ ਅੱਛਾ, ਵਗੈरह ਵਗੈरह। ਇਤਨੇ ਸਾਦਾ ਉਹ ਜਿਹੜੇ ਅਸ਼ਫਾਕ ਅਹਿਮਦ ਸਹੀ ਦੇ ਕਿਰਦਾਰ, ਸਹੀ ਬਾਬੇ, ਉਸ ਤਰ੍ਹਾਂ ਦਾ ਉਹ ਇੱਕ ਕਿਰਦਾਰ ਸੀ। ਉਹ ਬਜ਼ੁਰਗ ਜਨਾਬ ਜਿੱਥੇ ਬਹਿੰਦੇ ਸਨ ਅੱਲਾ ਰਸੂਲ ਦੀ ਗੱਲ ਕਰਦੇ ਸਨ। ਵਾਹ। ਔਰ ਇਲਮੀ ਗੱਲਾਂ ਕਰਦੇ ਸਨ। ਠੀਕ। ਅਸੀਂ ਆਪਣੇ ਉਹ ਜਾਨਵਰਾਂ ਦਾ ਬਾੜਾ ਨਹੀਂ ਬਣਾਈਦਾ ਜੀ, ਉਹ ਬਣਾ ਰਹੇ ਸਾਂ ਤੇ ਮੈਂ ਛੋਟਾ ਜਿਹਾ ਸਾਂ, ਮੈਂ ਇੱਟਾਂ ਫੜਾ ਰਿਹਾ ਸੀ ਤੇ ਉਹ ਇੱਟ ਤੋੜਦੇ ਨਾ ਉਹਨਾਂ ਨੇ ਇੱਕਦਮ ਸੂਰਜ ਵੱਲ ਵੇਖਿਆ ਤੇ ਕਹਿੰਦੇ ਨੇ ਇਹਨੂੰ ਅਰਬੀ ਸ਼ੁਮੈਸਾ ਵੀ ਕਹਿੰਦੇ ਨੇ, ਸ਼ਮਸ ਵੀ ਹੈ। ਅੱਛਾ। ਸ਼ੁਮੈਸਾ ਇਸਮੇ ਮੁਸਗਰ ਹੁੰਦਾ ਹੈ ਔਰ ਇਹ ਤਾਨੀਸ ਵੀ ਹੈ। ਹੁਣ ਦੇਖੋ ਤੁਹਾਡੀ ਖੈਰ ਹੋ ਜਾਏ ਬੱਚਾ। ਤੇ ਇਸ ਤਰ੍ਹਾਂ ਜੀ ਮੇਰਾ ਜ਼ੌਕ ਡਿਵੈਲਪ ਹੋਇਆ। ਠੀਕ। ਫਿਰ ਮੈਂ ਉਹਨਾਂ ਕੋਲੋਂ ਕੁਰਾਨ ਪਾਕ ਦੀ ਸੂਰਾ ਫਾਤਿਹਾ ਔਰ ਸੂਰਾ ਬਕਰਾ ਦਾ ਕੁਝ ਹਿੱਸਾ ਠੀਕ ਸਰਫ ਨਹਵ ਨਾਲ ਪੜਿਆ। ਵਾਹ। ਬਸ ਇਸ ਤਰ੍ਹਾਂ ਮੇਰੀ ਉਰਦੂ ਦਾ ਆਗਾਜ਼ ਹੋਇਆ ਕਿ ਮੈਂ ਅੱਛਾ ਉਹ ਲਪਕ ਜਿਹਨੂੰ ਕਹਿੰਦੇ ਨੇ। ਠੀਕ ਹੈ ਜੀ। ਉਹ ਜਾਗ ਲੱਗ ਗਈ, ਬੁਨਿਆਦ ਵਿੱਚ ਅਰਬੀ ਦੀ ਝਾਗ ਲੱਗ ਗਈ ਤੇ ਉਹ ਫਿਰ ਮੈਂ ਸੋਹਬਤ ਐਸੀ ਮਿਲੀ, ਸਕੂਲ ਵੀ ਐਸਾ ਮਿਲਿਆ ਕਿ ਜਿਸ ਸਕੂਲ ਵਿੱਚ ਅੱਛਾ ਬਹੁਤ ਹੀ ਪੜ੍ਹੇ ਲਿਖੇ ਅਸਾਤਜ਼ਾ, ਯਾਨੀ ਉਹ ਤਸਵੁਰ ਹੁਣ ਮੈਂ ਕਰਾਂ ਤੇ ਉਹ ਅਸਾਤਜ਼ਾ ਇੰਜ ਦੇ ਸਨ ਜਿਵੇਂ ਯੂਨੀਵਰਸਿਟੀ ਦੇ ਅਸਾਤਜ਼ਾ ਹੁੰਦੇ ਨੇ। ਫਿਰ ਉਹਨਾਂ ਦੀ ਸੋਹਬਤ ਰਹੀ, ਫਿਰ ਮੈਨੂੰ ਉਸਤਾਦ ਮਿਲੇ ਬਹੁਤ ਅੱਛੇ, ਡਾਕਟਰ ਸੈयद ਕਾਸਿਮ ਜਲਾਲ। ਉਹਨਾਂ ਨਾਲ ਰਹਿ ਕੇ ਫਿਰ ਸ਼ੇਰ ਗੋਈ ਸ਼ੁਰੂ ਹੋ ਗਈ। ਫਿਰ ਕਾਲਜ ਦੇ ਅਸਾਤਜ਼ਾ, ਫਿਰ ਉਲਮਾ ਦੀ ਮਹਿਫਿਲ ਵਿੱਚ ਬੈਠਣਾ। ਫਿਰ ਮੈਂ ਰੇਡੀਓ 'ਚ ਆ ਗਿਆ, ਰੇਡੀਓ 'ਚ ਵੀ ਬੜੇ ਪੜ੍ਹੇ ਲਿਖੇ ਲੋਕ। ਔਰ ਫਿਰ ਰੇਡੀਓ ਦੀ ਕੈਂਟੀਨ ਵਿੱਚ ਬਹਿ ਕੇ ਤੁਸੀਂ ਮੂਸੀਕਾਰਾਂ ਨਾਲ ਵੀ ਬੈਠਦੇ ਹੋ, ਤੁਸੀਂ ਉਲਮਾ ਨਾਲ ਵੀ ਬੈਠਦੇ ਹੋ, ਤੁਸੀਂ ਆਰਟਿਸਟਾਂ ਨਾਲ ਵੀ ਬੈਠਦੇ ਹੋ। ਤੇ ਉਹ ਫਿਰ ਉੱਥੋਂ ਪਤਾ ਚੱਲਿਆ ਕਿ ਅਰੋਹੀ ਵੀ ਹੁੰਦੀ ਹੈ, ਕੋਈ ਅਮਰੋਹੀ ਵੀ ਹੁੰਦੀ ਹੈ, ਇਹ ਵੀ ਹੁੰਦਾ ਹੈ, ਇਹ ਵੀ ਹੁੰਦਾ ਹੈ, ਰੇਖਾ ਦੇਵਤ ਸਭ ਉੱਥੋਂ ਸਿੱਖਿਆ। ਇਸ ਤਰ੍ਹਾਂ ਕਰਕੇ ਸਰ ਮੇਰੀ। ਅੱਛਾ, ਇਹ ਮੈਂ ਸਮਝਦਾ ਕਿ ਜਿਸ ਤਰ੍ਹਾਂ ਸ਼ਹਿਰਾਂ ਦੇ ਪ੍ਰੋਫਾਈਲ ਹੁੰਦੇ ਨੇ, ਸ਼ਾਇਰਾਂ ਦੇ ਪ੍ਰੋਫਾਈਲ ਹੁੰਦੇ ਨੇ, ਇਸੇ ਤਰ੍ਹਾਂ ਸਾਡਾ ਰੇਡੀਓ ਸਟੇਸ਼ਨ ਜਿਹੜਾ ਉਹਦੇ ਵੀ ਆਪਣੇ ਪ੍ਰੋਫਾਈਲ ਹੈਗੇ ਨੇ। ਪਿੰਡੀ ਦਾ ਆਪਣਾ ਪ੍ਰੋਫਾਈਲ ਹੈਗਾ ਤੇ ਬਹਾਵਲਪੁਰ ਦਾ ਆਪਣਾ ਪ੍ਰੋਫਾਈਲ ਹੈ। ਔਰ ਏਡੇ ਏਡੇ ਵੱਡੇ ਨਾਂ ਮੈਂ ਚਾਹਾਂਗਾ ਥੋੜਾ ਸਾਰਾ ਦੱਸ ਦਿਓ ਦੋਸਤਾਂ ਨੂੰ ਕਿ ਕੌਣ ਕੌਣ ਲੋਕ ਸਨ ਉੱਥੇ। ਜੀ ਹਾਂ, ਜਦੋਂ ਮੈਂ ਬਹਾਵਲਪੁਰ ਰੇਡੀਓ ਗਿਆ ਤਾਂ ਮੈਂ ਇੱਕ ਦੋਸਤ ਦੇ ਨਾਲ ਸਾਂ ਕਿ ਉਹਦੀ ਤਕਰੀਰ ਸੀ ਤੇ ਮੈਂ ਨਾਲ ਵੈਸੇ ਹੀ ਚਲਾ ਗਿਆ ਉਹਦੇ ਕਹਿਣ ਤੇ। ਲੇਕਿਨ ਇਹ ਹੈ ਕਿ ਉੱਥੇ ਮੈਨੂੰ ਇੱਕ ਪ੍ਰੋਡਿਊਸਰ ਨੇ ਕਿਹਾ ਕਿ 5 ਮਿੰਟ ਰਹਿੰਦੇ ਨੇ ਪ੍ਰੋਗਰਾਮ ਵਿੱਚ, ਤੁਸੀਂ ਇਸ ਮੌਜੂ ਤੇ ਗੁਫ਼ਤਗੂ ਕਰ ਲਓਗੇ। ਮੈਂ ਬਗੈਰ ਲਿਖੇ ਐਕਸਟੈਂਪੋਰ ਬੋਲਿਆ। ਠੀਕ। ਔਰ ਉਸ ਪ੍ਰੋਡਿਊਸਰ ਨੇ ਕਿਹਾ ਜੀ ਅਗਲੇ ਹਫਤੇ ਤੋਂ ਇਸ ਪ੍ਰੋਗਰਾਮ ਦਾ ਤੁਸੀਂ ਕੰਪੇਅਰ ਹੋ। ਠੀਕ। ਉਹ ਪ੍ਰੋਡਿਊਸਰ ਸਨ सैयद अली तन्हा। आए हाय, बहुत बड़ा नाम। वाह, क्या अफसाना, बहुत अफसाना, और क्या मौसीकी दा बड़ा पारक, इल्म, अदब। और रेडियो पाकिस्तान ਦੇ ਕੰਟਰੋਲਰ ਹੋਮ ਰਿਟਾਇਰ ਹੋਏ ਨੇ। ਉਹਨਾਂ ਨੇ ਜਨਾਬ ਮੈਨੂੰ ਅਪਰੂਵ ਕਰਵਾਇਆ ਔਰ ਪ੍ਰੋਡਿਊਸ ਉੱਥੇ
ਸਟੇਸ਼ਨ ਡਾਇਰੈਕਟਰ ਸਨ ਸੈਯਦ ਹਮੀਦ ਅਸਗਰ। ਇਹ ਵੱਡਾ ਨਾਮ ਹੈ, ਬਹੁਤ ਬੜਾ ਨਾਮ, ਉਹਨਾਂ ਨੇ ਮੈਨੂੰ ਅਪਰੂਵ ਕੀਤਾ। ਮੁਨੀਰ ਸੁਮਰੋ ਸਨ ਉੱਥੇ ਪ੍ਰੋਗਰਾਮ ਮੈਨੇਜਰ, ਤੇ ਉੱਥੇ ਡਾਕਟਰ ਨਸਰੁੱਲਾ ਖਾਨ ਨਾਸਿਰ, ਵਾਹ ਵੱਡਾ ਨਾਮ ਹੈ, ਅਕਰਮ ਸ਼ਾਦ, ਔਰ ਇਸੇ ਤਰ੍ਹਾਂ دیگر ਯਾਸਮੀਨ ਜਮੀਲ, ਜਮੀਲ ਅਖਤਰ, ਇਹ ਪ੍ਰੋਡਿਊਸਰ ਸਨ, ਅਲੀ ਤਨਹਾ ਸਾਹਿਬ ਸਨ। ਤੇ ਉਹਨਾਂ ਅੱਛਾ ਡਰਾਮੇ ਦੇ ਵੀ ਵੱਡੇ ਵੱਡੇ ਨਾਮ ਉੱਥੋਂ ਨਿਕਲੇ ਜੀ? ਜੀ ਹਾਂ, ਬਿਲਕੁਲ ਬਿਲਕੁਲ। ਉੱਥੇ ਉਸ ਵਕਤ ਡਰਾਮਾ ਉਰੂਜ ਤੇ ਸੀ, ਔਰ ਜ਼ਹੂਰ ਨਜ਼ਰ, ਵਾਹ ਕਿਤਨਾ ਵੱਡਾ ਆਦਮੀ ਸੀ ਯਾਰ, ਕਿਆ ਨਜ਼ਮ ਲਿਖਦਾ ਸੀ ਉਹ ਬੰਦਾ। ਬਾਤ ਹੈ। ਹਾਂ। ਤੇ ਇਸ ਮਾਹੌਲ ਵਿੱਚ ਅਹਿਮਦ ਲਤੀਫ ਸਾਹਿਬ, ਮੈਂ ਉੱਥੇ ਪਲਿਆ ਬੜਿਆ। ਦੀਪਕ ਰਾਗ ਹੈ ਚਾਹਤ ਆਪਣੀ, ਹਾਏ ਹਾਏ ਸੁਣਾਏ ਤੁਮਹੇ, ਵਾਹ ਵਾਹ। ਤੇ ਉਹ ਫਿਰ ਪਹਿਲਾ ਡਰਾਮਾ ਵੀ ਮੈਂ ਰੇਡੀਓ ਬਹਾਵਲਪੁਰ ਤੇ ਲਿਖਿਆ, ਵਾਹ। ਜਮੀਲ ਅਖਤਰ ਨੇ ਪ੍ਰੋਡਿਊਸ ਕੀਤਾ ਸੀ। ਫਿਰ ਕੋਈ ਮਿਜ਼ਾਈਆ ਖਾਕਿਆਂ ਦਾ ਪ੍ਰੋਗਰਾਮ ਵੀ ਮੈਂ ਲਿਖਦਾ ਰਿਹਾ, ਨਾਲ ਨਾਲ ਅਨਾਉਂਸਰ ਰਿਹਾ, ਕੰਪੇਅਰ, ਨਿਊਜ਼ ਰੀਡਰ, ਫਿਰ ਸਾਰੇ ਸ਼ੋਬਿਆਂ 'ਚ ਫਿਰ ਮੈਂ ਕੰਮ ਕੀਤਾ। ਤੇ ਉਹ ਇੱਕ ਬਹੁਤ ਹੀ ਇਲਮੀ ਮਾਹੌਲ ਸੀ, ਔਰ ਤੁਸੀਂ ਹੈਰਾਨ ਹੋਵੋਗੇ ਕਿ ਡਿਊਟੀ ਰੂਮ ਦਾ ਮਾਹੌਲ ਜਿਵੇਂ ਤੁਸੀਂ ਦੇਖਿਆ ਕਿ ਆਬਾਦ ਹੁੰਦਾ ਸੀ, ਆਰਟਿਸਟ ਬੈਠੇ ਨੇ, ਸ਼ਾਇਰ ਅਦੀਬ ਆਏ ਨੇ, ਸਹਾਫੀ ਆਏ ਨੇ, اور ریڈیو دے پروڈیوسر بیٹھے نے اوتھے دبستان سے جی پورا بالکل. اور بحث ہوندی سی کہ اندر تسی یہ لفظ کیویں بول کے آئے, ہائے ہائے اہمیت بولے آئے, اہمیت بولے آئے, کس طرح بولے آئے, کیوں بولے آئے, اس طرح ہوندا ہے, اس طرح ہوندا ہے, زبر ہے زیر ہے کہ کیتا جے. اتنی بحث ہوندی سی. اس ماحول نے میری تربیت کی تھی تے میری اردو کچھ بہتر ہو گئی. پھر میں ایم اے اردو کیتا, پھر میں ایم اے سرائکی کیتا, ماس کمیونیکیشن وچ کیتا, اسلامیات وچ کیتا. اس ماحول نے مینوں نکھاریا. پھر علماء خاص طور جڑے ساڈے دینی علماء نے, اور پروفیسر حافظ محمد عبداللہ بہاولپوری صاحب, میں انہاں دا باقاعدہ کلاس وچ شاگرد ہاں. پھر کلاس تو علاوہ بھی انہاں دی خدمت وچ حاضر ہون دا موقع ملدا سی. اس طرح جناب پھر میں جب لاہور آیا, پھر ایتھے ایک تو ایک. اچھا لاہور نوکری واسطے آئے یا اونج آ گئے؟ جی لاہور سب تو پہلے نوکری تے میں آرمی پبلک سکول اینڈ کالج مریج کی تھی, ٹھیک, چنار کالج. ٹھیک. پھر میں صادق پبلک سکول بہاولپور چلا, واہ وہ بھی بڑا بڑا سکول. پھر میں ایچسن کالج لاہور آ گیا. ٹھیک. پھر ڈی پی ایس ماڈل ٹاؤن لاہور آ گیا. تے جدوں پھر میں لاہور ہی آباد ہو گیا تے لاہور ریڈیو شروع کرتا. پھر میں ٹیلی ویژن وچ ایز این ایکٹر کام شروع کرتا. پھر نیوز ریڈر دے طور تے آ گیا, اور الحمدللہ وہ عربی دا جڑا بیک گراؤنڈ سی کم آیا, وہ کم آیا, اور میرا تلفظ کچھ بہتر ہو گیا. تے وہ ٹی وی والے بڑے خوش ہوندے سی اس کام وچ. نہیں وہ خوش ہوندے, چنگی بنی بڑائی شے لب جاتے, وہ کون خوش نہیں ہوندا جی. وہ پھر مینوں نیوز اینڈ لینگویج سپروائزر بھی بنا دتا گیا. واہ 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 واہ. میں جاب کیتی پھر 2 سال. تے وہ میں نہ صرف اپنا بلیٹن پڑھدا سی بلکہ بھی صحیح کردا سی, دوسریاں دے بلیٹن بھی میں سندا سی. ہاں بھئی ایسے ہی بولو, انج کرو انج کرو. اچھا پہلا یہ جاب ہوندی سی ریڈیو تے بھی ہوندی سی. جی ہاں. تے ہن وہ کدھر گئی جاب جی؟ بس جی ہن وہ سمجھدے ہن میں ہے نیوز اینڈ لینگویج شنگویج دی لوڑ ہی کوئی نہیں, ضرورت نہیں رہی. ہائے ہائے. بہاولپور وچ ساڈے ہوندے سی بہت بڑے زبان دے عالم بشیر زامی بہاولپور, زامی بہاولپوری اوتھے ساڈے جڑا نا تلفظ تے استاد ہوندے سی. واہ 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 واہ. تے ایتھے لاہور جدوں میں آیا تے ایتھے پھر بڑیاں بحثاں ایتھے بھی ہوندیاں سی, بڑے پڑھے لکھے عالم لوگ سن واقعی, علمی ماحول. اور کالج وچ مینوں اچھے لوگ ملے, اور احسان دانش صاحب دے فرزند میرے کالج دے ہیڈ آف ڈپارٹمنٹ ہوندے سی, ڈاکٹر فیضان دانش, اور منیر قصوری, اور اسی طرح گلزار وفا چودھری, اور سیف اللہ خالد, لطیف ساحل, یہ ساڈے یار ساڈے انہاں دی صحبت ملی ہے. اور پھر چل سو چل پھر نکلتے آئے اتنے. اچھا اتنے تسی ڈرامہ بھی کیتا, میں ڈرامے دا ظاہر ہے ذکر ضروری ہے, اور وڈے ڈرامے دے پروڈیوسر جڑے انہاں نال ڈرامہ کیتا وہ بھی تھوڑا ذکر ہو جائے. جی ہاں, بہاولپور وچ تے ڈرامے دا وڈا پروڈیوسر سی اکرم شاد, وہ اسٹیشن ڈائریکٹر ہو کے ریٹائر ہوئے ہیں, اور وہ بہت اچھا ڈرامہ بنانا جاندے سی, انہاں نوں پتہ سی. اچھا دیگر لوگ بھی ویسے جدوں تک اتھے ظہور نظر صاحب زندہ رہے, خود پروڈیوس بھی کردے سی, خود لکھدے سی, ہدایات بھی انہاں دیاں ہوندیاں سی. بڑا آدمی سی, بڑے آدمی سی. پھر جدوں میں لاہور آیا تے اتھے ساڈے ریاض محمود صاحب,
ਰਿਆਜ਼ ਮਹਿਮੂਦ ਸਾਹਿਬ ਪ੍ਰੋਡਿਊਸਰ ਸਨ ਖਾਸ ਤੌਰ ਤੇ ਤਲਕੀਨ ਸ਼ਾਹ ਦੇ ਔਰ ਦੀਗਰ ਡਰਾਮਿਆਂ ਦੇ। ਠੀਕ। ਫਿਰ ਉੱਥੇ ਅਹਿਮਦ ਲਤੀਫ ਸਾਹਿਬ, ਉੱਥੇ ਇੱਕ ਅਹਿਮਦ ਸ਼ੇਖ ਸਾਹਿਬ ਹੁੰਦੇ ਸੀ। ਠੀਕ। ਔਰ ਅਤੀਕ ਵਾਲੇ, ਫਿਰ ਅਤੀਕਾ ਸ਼ੇਖ ਵਾਲੇ ਉਹ ਤੇ ਟੀਵੀ ਦੇ ਸਨ। ਅੱਛਾ ਅੱਛਾ, ਰੇਡੀਓ ਦੇ ਸਨ। ਅੱਛਾ, ਇਹ ਹੋਰ ਅਹਿਮਦ ਸ਼ੇਖ ਸਾਹਿਬ। ਅੱਛਾ ਅੱਛਾ, ਉਹਨਾਂ ਬਹੁਤ ਡਰਾਮਾ ਰਿਕਾਰਡ ਕੀਤਾ। ਅਨੀਲਾ ਸਲੀਮ, ਅੱਛਾ ਅੱਛਾ, ਅਨੀਲਾ ਸਲੀਮ ਇਥੋਂ ਇਸਲਾਮਾਬਾਦ ਤੋਂ ਹੁਣ ਰਿਟਾਇਰ ਹੋਈਆਂ ਨੇ, ਸਟੇਸ਼ਨ ਡਾਇਰੈਕਟਰ। ਉਹਨਾਂ ਨੇ ਬਹੁਤ ਸਾਰੇ ਡਰਾਮੇ ਰਿਕਾਰਡ ਕੀਤੇ ਤੇ ਮੈਂ ਇਹਨਾਂ ਲੋਕਾਂ ਨਾਲ ਸ਼ਾਇਸਤਾ ਹਬੀਬ ਵਗੈਰਾ ਵੀ ਹੁੰਦੀਆਂ ਸਨ। ਸ਼ਾਇਸਤਾ ਹਬੀਬ ਸਾਹਿਬ ਵੀ ਹੁੰਦੀਆਂ ਸੀ। ਉਹ ਫਿਰ ਉਹਨਾਂ ਦਾ ਇੰਤਕਾਲ ਹੋ ਗਿਆ ਤੇ ਲਾਹੌਰ 'ਚ ਬਹੁਤ ਮਾਹੌਲ ਸੀ। ਵਾਹ 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 ਵਾਹ। ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ ਟੀਵੀ ਗਏ, ਟੀਵੀ ਦੇ ਡਰਾਮੇ ਤੁਸੀਂ ਲਿਖੇ। ਉਹਦਾ ਤਸਕਰਾ ਕਰਨਾ ਮੈਂ ਸਮਝਦਾ ਜ਼ਰੂਰੀ ਹੈ ਕਿ ਅਯੂਬ ਖਾਵਰ ਜਿਹਾ ਬੰਦਾ ਜਿਹੜਾ, ਜੀ ਹਾਂ, ਉਹ ਬੜਾ ਮੁਸ਼ਕਿਲ ਆਦਮੀ ਹੈ। ਬਿਲਕੁਲ। ਟੀਵੀ 'ਚ ਮੈਂ ਸਭ ਤੋਂ ਪਹਿਲੇ ਤੇ ਸਰਾਇਕੀ ਡਰਾਮਾ ਲਿਖਿਆ। ਠੀਕ। ਔਰ ਡਰਾਮਾ ਲਿਖਵਾਇਆ ਮੇਰੇ ਕੋਲੋਂ ਨਾਸਿਰ ਖਾਨ ਨੇ। ਠੀਕ। ਬਹੁਤ ਬੜਾ, ਹਾਂ, ਬੜਾ ਨਾਂ ਹੈ ਟੀਵੀ ਦਾ। ਨਾਸਿਰ ਖਾਨ ਦੇ ਬਾਅਦ ਮੈਂ ਮੁਹੰਮਦ ਅਜ਼ੀਮ ਦੇ ਡਰਾਮੇ ਲਿਖੇ। ਹਾਂ, ਉਹ ਵੀ ਪਿਆਰਾ ਆਦਮੀ ਸੀ। ਫਿਰ ਅਸਲਮ ਕੁਰੈਸ਼ੀ, ਬਹੁਤ ਅੱਛਾ ਨਜ਼ਮ ਨਿਗਾਰ। ਬਹੁਤ। ਫਿਰ ਅਸਲਮ ਕੁਰੈਸ਼ੀ ਸਾਹਿਬ ਦਾ ਡਰਾਮਾ ਕੀਤਾ। ਮੁਸ਼ਤਾਕ ਚੌਧਰੀ ਦੇ ਡਰਾਮੇ ਕੀਤੇ। ਫਿਰ ਮੈਨੂੰ ਸੀਰੀਅਲ ਕਿਹਾ ਗਿਆ ਕਿ ਲਿਖੋ। ਫਿਰ ਮੈਂ ਸੀਰੀਅਲ ਲਿਖਿਆ ਨਿਗਾਹ ਦੇ ਨਾਮ ਨਾਲ, ਔਰ ਉਹ ਬੜਾ ਹਿੱਟ ਪਲੇ ਸੀ। ਉਹਦੇ ਨੌਮਾਨ ਇਜਾਜ਼ ਸੀ ਔਰ ਆਮਨਾ ਹੱਕ ਪਹਿਲੀ ਦਫਾ ਅਪੀਅਰ ਹੋਈ ਸੀ। ਉਹ ਡਰਾਮਾ ਕੀਤਾ ਸੀ ਅਯੂਬ ਖਾਵਰ ਸਾਹਿਬ। ਵਾਹ 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 ਵਾਹ। ਉਹ ਬਹੁਤ ਹਿੱਟ ਹੋਇਆ ਸੀ। ਉਹਦੇ ਬਾਅਦ ਫਿਰ ਬਹੁਤ ਸਾਰੇ ਹੋਰ ਡਰਾਮੇ ਵੀ ਮੈਂ ਕੀਤੇ। ਸਰਾਇਕੀ ਸੀਰੀਅਲ ਵੀ ਕੀਤਾ, ਉਹ ਮੁਹੰਮਦ ਸ਼ਫੀਕ ਨੇ ਕੀਤਾ, ਮਰਹੂਮ ਨੇ। ਤੇ ਇਸ ਤਰ੍ਹਾਂ। ਅੱਛਾ, ਸ਼ਾਇਰੀ ਦਾ ਚਸਕਾ ਪੁਰਾਣਾ ਸੀ ਜਾਂ ਇੱਥੇ ਲਾਹੌਰ ਆ ਕੇ ਲੱਗਾ, ਜਾਂ ਸ਼ੁਰੂ ਤੋਂ ਹੀ ਮਿਸਰੇ ਮੁਸਰੇ ਕਹਿਣ ਲੱਗ ਪਏ ਸੀ? ਕੀ ਸੋਚਿਆ ਸੀ? ਸ਼ਾਇਰੀ ਦਾ ਚਸਕਾ ਮੈਨੂੰ ਚੌਥੀ ਜਮਾਤ ਤੋਂ ਸੀ। ਵਾਹ ਜੀ ਵਾਹ। ਉਹ ਜਿਹੜਾ ਸਰਾਇਕੀ ਸ਼ਾਇਰੀ ਦਾ ਮਾਹੌਲ ਸੀ ਨਾ, ਉਹ ਉਸ ਤੋਂ ਮੈਨੂੰ ਸ਼ੌਕ ਹੋਇਆ। ਫਿਰ ਮੈਂ ਉਰਦੂ ਕਹਿਣਾ ਵੀ ਸ਼ੁਰੂ ਕਰਤਾ। ਲੇਕਿਨ ਜਦੋਂ ਮੈਂ ਬਹਾਵਲਪੁਰ ਆ ਕੇ ਇੱਕ ਸਰਕਾਰੀ ਸਕੂਲ ਹੈ ਅਬਾਸੀਆ ਹਾਈ ਸਕੂਲ, ਉਹਦੇ ਚ ਮੈਂ ਜਦੋਂ ਆ ਕੇ ਦਾਖਲ ਹੋਇਆ 9th ਚ, ਅੱਛਾ, ਉੱਥੇ ਮੈਨੂੰ ਡਾਕਟਰ ਸੈयद ਕਾਸਿਮ ਜਲਾਲ ਸਾਹਿਬ ਮਿਲ ਗਏ। ਅੱਛਾ। ਡਾਕਟਰ ਸੈयद ਕਾਸਿਮ ਜਲਾਲ ਸਾਹਿਬ ਇਸ ਵਕਤ ਵੀ ਬਹੁਤ ਬੜਾ ਨਾਮ, 50 ਕਿਤਾਬਾਂ ਉਹਨਾਂ ਦੀਆਂ, ਬਿਲਕੁਲ ਵੱਡਾ ਨਾਮ, ਸ਼ਾਇਰੀ, ਨਸਰ, ਡਰਾਮਾ। ਅੱਛਾ, ਉਹ ਉੱਥੇ ਟੀਚਰ ਸਨ। ਅੱਛਾ। ਉਹਨਾਂ ਫਿਰ ਆਪਣੇ ਸ਼ਾਗਿਰਦੀ ਚ ਲੈ ਲਿਆ। ਫਿਰ ਉਹਨਾਂ ਦੇ ਜਿਹੜੇ ਦੋਸਤ ਸਨ, ਉਹਨਾਂ ਚ ਇੱਕ ਅਸਲਮ ਕੁਰੈਸ਼ੀ ਸਾਹਿਬ, ਜਿਹੜੇ ਬਾਅਦ ਵਿੱਚ ਟੀਵੀ ਦੇ ਪ੍ਰੋਡਿਊਸਰ ਵੀ ਬਣੇ, ਇੱਕ ਫਿਦਾਇ ਅਥਰ ਸਾਹਿਬ ਹੁੰਦੇ ਸੀ। ਫਿਰ ਬਹਾਵਲਪੁਰ ਦਾ ਜਿਹੜਾ ਮਾਹੌਲ ਤੁਹਾਨੂੰ ਮਾਲੂਮ ਹੈ ਕਿ ਡਾਕਟਰ ਨਸਰੁल्लाह खान नासिर ने, मुनव्वर जमील कुरैशी, नौशी गिलानी और ताबे शलवरी साहब, इस तरह खुर्शीद नाजिर साहब, ਇਹ ਪੂਰਾ ਗਰੁੱਪ ਸੀ। हाँ जी। मैं फिर ਇਹਨਾਂ ਦੀ ਨਾਲ ਹਮੇਸ਼ਾ ਰਿਹਾ ਤੇ ਉਹ ਇਸ ਤਰ੍ਹਾਂ ਫਿਰ ਮੇਰੀ ਤਰਬੀਅਤ ਵੀ ਹੁੰਦੀ ਰਹੀ। और अल्हम्दुलिल्लाह मैं कोई 11वीं सां जदों मैं पहला एक कुल पाकिस्तान मुशारा पढ़िया ऐसी कॉलेज जिहदी सदारत अहमद नदीम कासमी साहब ने, शहजाद अहमद साहब भी आए सन, सारे ਵੱਡੇ ਲੋਕ ਵੱਡੇ। ਅੱਛਾ, ਉੱਥੇ ਦਾ ਜਿਹੜਾ ਇਲਮੀ ਅਦਬੀ ਮਾਹੌਲ ਸੀ ਬਹਾਵਲਪੁਰ ਦਾ, ਉਹ ਮੈਂ ਸਮਝਦਾ ਅਗਰਚੇ ਪੰਜਾਬੀਆਂ ਔਰ ਉਰਦੂ ਬੋਲਣ ਵਾਲਿਆਂ ਨੇ ਉੱਥੇ ਖਾਸ ਰੰਗ ਜਮਾਇਆ। ਉਹ ਕਿਤਨੇ ਸਾਰੇ ਲੋਕ ਸਨ ਉਰਦੂ ਬੋਲਣ ਵਾਲੇ, ਇਹ ਅਤਰ ਰਿਜ਼ਵੀ ਔਰ ਇਹਦੇ ਅੱਬਾ ਜੀ ਔਰ ਇਹਦੇ ਦਾਦਾ ਜੀ। ਜੀ ਹਾਂ, ਸ਼ਾਹਬ ਦਿਲਵੀ ਸਾਹਿਬ। ਹਾਂ, ਸ਼ਾਹਬ ਦਿਲਵੀ ਸਾਹਿਬ ਦੇ ਬੇਟੇ ਸਨ ਅਤਰ ਰਿਜ਼ਵੀ ਦੇ ਜਿਹੜੇ ਵਾਲਿਦ ਸਨ ਸ਼ਹੂਦ ਰਿਜ਼ਵੀ। ਸ਼ਹੂਦ ਰਿਜ਼ਵੀ ਸਾਹਿਬ ਇਹ ਤਿੰਨ ਭਾਈ, ਇਹਨਾਂ ਦੇ ਇੱਕ ਭਾਈ ਨੇ ਮਸ਼ਹੂਦ ਰਿਜ਼ਵੀ, ਉਹ ਸਾਦਿਕ ਪਬਲਿਕ ਸਕੂਲ ਸਨ। ਫਿਰ ਇਹਨਾਂ ਦੇ ਇੱਕ ਜਿਹੜੇ ਚਾਚਾ ਨੇ ਸ਼ਾਹਿਦ ਰਿਜ਼ਵੀ, ਉਹ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਵਿੱਚ ਤਾਰੀਖ ਦੇ ਹੈਡ ਡਿਪਾਰਟਮੈਂਟ ਰਿਟਾਇਰ ਹੋਏ ਨੇ। ਤੇ ਇਹ ਲੋਕ ਇਹਨਾਂ ਨਾਲ ਇੱਕ ਜ਼ਾਤੀ ਦੋਸਤੀ ਸੀ, ਖੁਸੂਸਨ ਸ਼ਹੂਦ ਰਿਜ਼ਵੀ ਰੇਡੀਓ ਵਿੱਚ ਸਾਡੇ ਕੋਲੀਗ ਹੁੰਦੇ ਸੀ ਔਰ ਉਹਨਾਂ ਨਾਲ ਹੀ ਪਹਿਲੀ ਡਿਊਟੀ ਮੈਂ ਰੇਡੀਓ 'ਚ ਕੀਤੀ ਸੀ ਤੇ ਪਹਿਲੀ ਰਿਪੋਰਟ ਵੀ ਉਹਨਾਂ ਨੇ ਲਿਖੀ ਸੀ। ਲਾਹੌਰ ਆ ਕੇ ਫਿਰ ਮੈਨੂੰ ਬਾਦਸ਼ਾਹਗਰ ਜ਼ੈਦੀ, ਅਸਗਰ ਜ਼ੈਦੀ, ਮੁਸ਼ੱਬਰ ਹਸਨ ਜ਼ੈਦੀ ਦੇ ਭਾਈ ਸਨ, ਉਹ ਮਿਲੇ। ਤੇ ਉਹ ਇਹ ਹੈ ਕਿ ਬਾਜ਼ੋ ਪੂਰਾ ਘਰਾਣਾ ਹੀ ਜਿਹੜਾ ਨਾ ਬ੍ਰਾਡਕਾਸਟਰਾਂ ਦਾ ਘਰਾਣਾ ਹੈ, ਜ਼ੁਬਾਨ ਦਾ ਔਰ ਅਦਬ ਦਾ, ਸ਼ਾਇਰੀ ਦਾ ਔਰ ਸਹਾਫਤ ਦਾ। ਜ਼ੁਬਾਨ ਦੇ ਹਵਾਲੇ ਨਾਲ ਸਾਡੀ ਆਪਸ ਵਿੱਚ ਗੁਫ਼ਤਗੂ ਹੁੰਦੀ ਸੀ। ਬਾਜ਼ ਔਕਾਤ ਉਹਨਾਂ ਨੂੰ ਵੀ ਕੋਈ ਇਸ਼ਤਿਬਾਹ ਹੋ ਜਾਂਦਾ ਸੀ ਹੁੰਦਾ ਲਫ਼ਜ਼ ਦੇ ਹਵਾਲੇ ਨਾਲ। ਤੇ ਉਹ ਫਿਰ ਮੈਂ ਜਦੋਂ ਕਹਿੰਦਾ ਸੀ ਕਿ ਲਫ਼ਜ਼ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ, ਤੇ ਮਸਲਨ ਅਫਤਾਰ ਔਰ ਇਫਤਾਰ ਤੇ ਸਾਡੀ ਯਾਦ ਆ ਰਿਹਾ ਕਿ ਗੁਫ਼ਤਗੂ ਹੋਈ ਸੀ ਤੇ ਉਹ ਇਫਤਾਰ ਹੀ ਲਫ਼ਜ਼ ਸੀ। ਉਹ ਫਿਰ
ਠੀਕ ਹੋ ਗਿਆ। ਇਸ ਤਰ੍ਹਾਂ ਇੱਕ ਤਰਬੀਅਤ ਅੱਛਾ, ਇੱਕ ਹੋਰ ਬੰਦਾ ਉੱਥੇ ਉਸ ਰਿਆਸਤ ਬਹਾਵਲਪੁਰ ਦੇ ਜ਼ਮਾਨੇ ਦਾ ਹੁੰਦਾ ਸੀ, ਮੌਲਵੀ ਅਖਤਰ ਪਿਆਂ ਵਾਲੀ। ਜੀ ਜੀ ਜੀ, ਉਹ ਉਹਨਾਂ ਦਾ ਵਜ਼ੀਰ ਮਾਲੀਆਤ ਵੀ ਰਿਹਾ, ਔਰ ਉਹਨਾਂ ਦਾ ਇੱਕ ਪੁੱਤਰ ਹੁੰਦਾ ਸੀ। ਹਾਂ ਜੀ, ਉਹ ਮਿਜ਼ਾਹ ਨਿਗਾਰ ਸਨ, ਹਾਏ ਹਾਏ, ਔਰ ਬੜੇ ਬਹੁਤ ਵੱਡੇ ਮਿਜ਼ਾਹ ਨਿਗਾਰ ਸਨ। ਇਹ ਖਾਰੀਆਂ ਤੋਂ ਹੋ ਗਏ ਸਨ, ਉਹ ਮੇਰੀ ਫੈਮਿਲੀ ਹੈ, ਮੇਰੀ ਗੁਜਰ ਫੈਮਿਲੀ। ਉਹ ਮੌਲਵੀ ਅਖਤਰ ਪਿਆਂ ਵਾਲੀ ਇੱਕਦਮ ਨਾਮ ਉਹਨਾਂ ਦਾ ਮੇਰੇ ਜ਼ਿਹਨ ਚ ਉਤਰ ਗਿਆ। ਅਖਤਰ ਸਾਹਿਬ, ਉਹ ਵੀ ਅਖਤਰ ਸਾਹਿਬ ਨਾਮ ਉਹਨਾਂ ਦੀ ਚਾਕੀਵਾੜਾ में ਵਿਸਾਲ। ਹਾਂ, ਕਿਆ ਵੱਡਾ ਮਿਜ਼ਾਹ ਨਿਗਾਰ ਦੇ ਹਵਾਲੇ ਨਾਲ। ਉਸ ਤਰ੍ਹਾਂ ਸੈयद ਆਲੇ ਅਹਿਮਦ ਹੁੰਦੇ ਸੀ ਉੱਥੇ, اور لوگ بڑے لوگ سن، علی احمد رفت صاحب سن، صحافی، بہت بڑے صحافی سن، انہوں دا نکلدا ہے ستلج۔ تے یہ ماحول ملیا جی، اور میں پھر بہت جلدی چھپنا اچھا، صحرا دی جیڑی چاندنی ਹੈਗੀ ہے وہ ਮੈਨੂੰ ਪਾਗਲ ਕਰਦੀ ਹੈ، اور میں دو چار دوستاں دا انٹرویو ਜਿਹੜਾ ਕੀਤਾ ਤੇ ਉਹ ਜਿਹਨੂੰ ਕਹਿੰਦੇ ਨੇ ਤੜਫ ਅਜੀਬ ਤਰ੍ਹਾਂ ਦੀ ਆਮਰ ਹਾਸ਼ਮ ਖਾਕਵਾਨੀ ਔਰ ਬਾਕੀ ਸਭ ਦੋਸਤ, ਉਹ ਮੇਰੀ ਉਹ ਜਿਹੜੀ ਨਸਰ ਨਿਗਾਰੀ ਸੀ ਔਰ ਸਹਿਰਾ ਦੀ ਚਾਨਣੀ, ਉਹਦੇ ਬਾਬਾ ਤੂੰ ਕਿੱਥੋਂ ਇਹ ਗੱਲ ਕੱਢ ਲਈ ਹੈ? ਮੈਂ ਯਾਰ ਕੀ ਕਰਾਂ, ਮੈਨੂੰ ਨਜ਼ਰ ਆਉਂਦਾ ਹੈ। ਤੇ ਉਹ ਸਹਿਰਾ ਦੀ ਚਾਂਦਨੀ ਕੀ ਕਹਿੰਦੀ ਹੈ, ਜ਼ਰਾ ਉਹ ਦੇਖੀ ਤੁਸੀਂ ਫਿਰ? ਅਹਿਮਦ ਲਤੀਫ ਉਹੀ ਚਾਂਦਨੀ ਮੈਨੂੰ ਪਾਲਦੀ ਰਹੀ ਹੈ, ਉਹਦੀ ਗੋਦ ਵਿੱਚ ਹੀ ਤੇ ਮੈਂ ਪਲਿਆ ਵਾਂ। ਸੁਭਾਨ ਅੱਲਾਹ। ਅਸਲ ਵਿੱਚ ਮੇਰਾ ਘਰ ਜਿਹੜਾ ਹੈ ਨਾ, ਮੈਂ ਉਹ ਚਾਹਨਾ ਕਿ ਥੋੜਾ ਅਸੀਂ ਮੰਜ਼ਰ ਬਣਾ ਲਈਏ। ਇੱਕ ਡਰਾਮਾ ਨਿਗਾਰ ਕਿਸ ਤਰ੍ਹਾਂ ਉਹੀ ਤਾਂ ਬਣਾਏਗਾ। ਮੈਂ ਹੁਣ ਤੁਹਾਨੂੰ ਦੱਸਣਾ ਕਿ ਮੇਰੇ ਘਰ ਦੀ ਦੀਵਾਰ ਦੇ ਬਿਲਕੁਲ ਨਾਲ ਇੱਕ ਸੜਕ ਦਾ ਫਾਸਲਾ ਸਮਝ ਲਓ, ਇਹ ਜਿੰਨਾ ਹੁੰਦਾ ਹੈ ਉਤਨੇ ਫਾਸਲੇ ਤੇ ਇੱਕ ਬਹੁਤ ਵੱਡੀ ਨਹਿਰ ਵਗਦੀ ਸੀ। ਵਾਹ। اور دوسری طرف صحرا دے اونچے اونچے ٹیلے، جس طرح کہ تسی تصور کرو کہ اسلام آباد جس طرح کوہ دے پہاڑ نے، اتنے اونچے ٹیلے ریتلے، وہ پیلی ریت دے ٹیلے۔ اچھا، ایک طرف نہر ہے، ایک طرف صحرا ہے، درمیان وچ فصلاں نے، ٹھیک ہے جی، اور پورا چن ہے، پھر پورا چن ہے، اور اتھے عرفان جمیل پلیا سر۔ اور میں اسی تے جڑی او لک چھپن ہے نا جی ساڈی، اونا ٹیلیاں چ اسی کھیڈدے رہے۔ اس ٹیلے دی جڑی چوٹی ہے وہ تے چڑھ جانا، پھر اتھوں اپنے آپ نو لڑکانا اور تھلے تک، اور پھر او جڑا منظر تسی چاہ رہے ہو، او اے وے کہ اس چوٹی تے کھڑے ہو کے باواں لمیاں کر کے تے سا لما لے کے تے اب دور تک جدوں رات نو 1 بجے 1:30 بجے دیکھ دے ہو تے او چاندنی تانوں پھر دسدی ہے کہ لامحدود صحرا ہے، لامحدود چاندنی ہے، اور بہاولپور دی ریت دی جڑی ٹھنڈک ہے رات 12-1 بجے دے بعد جڑی ٹھنڈک ہے نا، او سبحان اللہ، وہ پھر جی میں نسیم بری ہوندی ہے اور نسیم بحری، وہ ماحول ہوتا ہے۔ ہر ایک بات ہے اس میں بھی چاندنی جیسی نکھر تو آئے گی پر آدھی رات کر دے گی۔ یہی ساری صورت ہے۔ اسی پھر لاہور آ جانے ہیں، لاہور آ کے عباس تابش، عطر ناسک، اختر شمار۔ اختر شمار تو یاد آیا، پورے دا پورا نام بدلے ہے تے جیسا تساں بدلے ہے، وہ محمد اعظم ہے گا سی، تسی کی ہو؟ محمد اقبال۔ ہائے، ساڈا ایک اور یار سی شہزاد قمر، وہ محمد اقبال باٹے گا سی۔ اچھا، مینوں سب تو پہلے ایک ہی نا کی ہے، ذرا ਇਹਦਾ فلسفہ دسنا ذرا مینوں۔ میں اصل وچ اقبال دے نام نال ہی شاعری شروع کیتی سی۔ ٹھیک۔ پھر مینوں کیا انہوں نے میرے استاد ڈاکٹر سید قاسم جلال اور اطہر ناسک، اپنا سوری فدائے اطہر صاحب اور اسلم قریشی، انہوں نے کہا کہ تو جنہ وڈا بھی شاعر ہو جائے اقبال تو ہائے ہائے، لہٰذا تو اپنا نام، اپنا تخلص بدل لے۔ پھر انہوں نے ہی میرا ادبی نام تجویز کیتا عرفان جمیل، پورے دا پورا میں اختیار کر لیا، پھر اس دے نال ہی میں لکھتا، اسے نال مرنا جینا پھر بنایا دے نال ہی لیا۔ اور جتے تسی نام لیا کہ محمد اعظم خان صاحب، اختر شمار صاحب، بیچارہ ساڈا ساتھی ہو گیا۔ اختر شمار اطہر ناسک نال پہلا مشاعرہ میں لودھراں وچ پڑھیا سی، مبشر وسیم لودھی ہوندے سی، او اوتھے مشاعرے کراندے سی، تے میں سب تو پہلا مشاعرہ انہاں نال پڑھیا سی۔ پھر اسی رات کٹھے اوتھے بیٹھے پوری رات ہی جاگدے رہے اور گفتگو کردے رہے۔ تے لاہور آ کے تے پھر یہ سارے لوگ میرے نال رہے، میں انہاں دے نال رہا۔ عباس تابش صاحب بہت بڑا نام، بہت بڑا، میرے نزدیک پورا شاعر، بہت اچھا انسان اور بہت بڑا انسان۔
ਤੇ ਅਬਾਸ ਤਾਬਿਸ਼ ਦੇ ਨਾਲ ਮੈਂ ਉਹਨਾਂ ਗੁਲਬਰਗ ਕਾਲਜ ਵਿੱਚ ਪੜ੍ਹਾਇਆ ਹੈ ਔਰ ਉਸ ਬੰਦੇ ਨੇ ਮੈਨੂੰ ਹਮੇਸ਼ਾ ਸਪੇਸ ਦਿੱਤੀ ਹੈ ਉਸ ਬੰਦੇ ਨੇ ਹਮੇਸ਼ਾ ਮੈਨੂੰ ਹੌਸਲਾ ਅਫਜ਼ਾਈ ਕਰਕੇ ਅੱਗੇ ਵਧਣ ਦਾ ਮੌਕਾ ਦਿੱਤਾ ਵਾਹ 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 ਕੀ ਪਿਆਰੇ ਲੋਕ ਸਨ ਉੱਥੋਂ ਫਿਰ ਦਿਲ ਕੀਤਾ ਤੁਹਾਡਾ ਘਰ ਵੀ ਤੁਸੀਂ ਲਾਹੌਰ ਬਣਾਇਆ ਪਤਾ ਮੈਨੂੰ ਤੇ ਲਾਹੌਰ ਜਿਹੜਾ ਉਹ ਲੇਕਿਨ ਆਬੋ ਦਾਨਾ ਜਿਹਨੂੰ ਕਹਿੰਦੇ ਨੇ ਜੀ ਹਾਂ ਇਹ ਚਿੜੀਆਂ ਵਾਲਾ ਰੌਲਾ ਹੈ ਨਾ ਤੇ ਜਿੱਥੇ ਖਿਲ ਰਿਹਾ ਹੋਇਆ ਉੱਡ ਕੇ ਆਉਣਾ ਪੈਂਦਾ ਫਿਰ ਤੁਸੀਂ ਇਸਲਾਮਾਬਾਦ ਆ ਗਏ ਕਿਉਂਕਿ ਮੈਂ ਸਰਕਾਰੀ ਨੌਕਰੀ ਕਾਲਜ ਵਿੱਚ ਕਰਦਾ ਸੀ ਤੇ ਉਹਦੇ ਵਿੱਚ ਮੇਰੀ ਪ੍ਰਮੋਸ਼ਨ ਹੋਈ ਤੇ ਫਿਰ ਕੋਈ ਜਗ੍ਹਾ ਨਹੀਂ ਸੀ ਲਾਹੌਰ ਉਹਦੇ ਇਰਦ ਗਿਰਦ ਕੋਈ ਵੀ ਐਸੀ ਥਾਂ ਨਹੀਂ ਸੀ ਜਿੱਥੇ ਮੇਰਾ ਟ੍ਰਾਂਸਫਰ ਹੋ ਸਕਦਾ ਪੋਸਟਿੰਗ ਹੋ ਸਕਦੀ ਤੇ ਮੈਂ ਫਿਰ ਪਿੰਡੀ ਆ ਗਿਆ ਠੀਕ ਰਾਵਲਪਿੰਡੀ ਦੇ ਸਰਕਾਰੀ ਕਾਲਜ ਆ ਗਿਆ ਤੇ ਉਹ 2012 ਚ ਅੱਛਾ ਤੇ ਤੋ ਮੇਰਾ ਦਾਣਾ ਪਾਣੀ ਇੱਥੇ ਲਿਖਿਆ ਸੀ ਔਰ ਮੈਂ ਉਹ ਉਸ ਵਕਤ ਤੋਂ ਇਸਲਾਮਾਬਾਦ ਵਿੱਚ ਮੁਕੀਮ ਆ ਤੇ ਨੌਕਰੀ ਪਿੰਡੀ ਚ ਕਰ ਰਿਹਾ ਔਰ ਰੇਡੀਓ ਇਸਲਾਮਾਬਾਦ ਰੇਡੀਓ ਇਸਲਾਮਾਬਾਦ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਨਾਲ ਜਿਹੜੀ ਵਾਬਸਤਗੀ ਸੀ ਉਹ ਫਿਰ ਇੱਥੇ ਵੀ ਜਾਰੀ ਰਹੀ ਇਸਲਾਮਾਬਾਦ ਵਿੱਚ ਤੇ ਉਤਨੀ ਡਿਵੈਲਪ ਨਹੀਂ ਹੋ ਸਕੀ ਲੇਕਿਨ ਬਹਰਹਾਲ ਹੈ ਅੱਛਾ ਤੁਸੀਂ ਸਾਰੇ ਕੰਮ ਕੀਤੇ ਜੀ ਫੀਚਰ ਲਿਖੇ ਵਾਇਸ ਓਵਰ ਦਿੱਤੀਆਂ ਡਰਾਮੇ ਲਿਖੇ ਡਾਕੂਮੈਂਟਰੀਆਂ ਬਣਾਈਆਂ ਜ਼ਰਾ ਦੱਸੋ ਹਾਂ ਇਹ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਕੀ ਹੁੰਦਾ ਰੇਡੀਓ ਅਜੀ ਰੇਡੀਓ ਪਾਕਿਸਤਾਨ ਵਿੱਚ ਮੈਂ ਜਦੋਂ ਆਇਆ ਤੇ ਸ਼ੁਰੂ ਵਿੱਚ ਅਨਾਉਂਸਰ ਦੇ ਤੌਰ ਤੇ ਆਇਆ ਠੀਕ ਫਿਰ ਕੰਪੇਅਰ ਫਿਰ ਇੱਕ ਸ਼ੈ ਹੁੰਦੀ ਹੈ ਸਟ੍ਰਿੰਗਰ ਠੀਕ ਸਟ੍ਰਿੰਗਰ ਮਾਈਕ ਲੈ ਕੇ ਜਾਂਦਾ ਹੈ ਔਰ ਅੱਛਾ ਹਾਂਜੀ ਸੜਕ ਤੇ ਜਾਂਦਾ ਹੈ ਬਾਜ਼ਾਰ ਵਿੱਚ ਅੱਛਾ ਉਹ ਬੜਾ ਕੰਮ ਹੈ ਬਹੁਤ ਬੜਾ ਕੰਮ ਹੈ ਉਹ ਵੀ ਮੈਂ ਕੀਤਾ ਠੀਕ ਔਰ ਪ੍ਰੋਗਰਾਮ ਹੁੰਦਾ ਸੀ ਚਲਤਾ ਫਿਰਤਾ ਮਾਈਕ ਹਾਂ ਇਹ ਬੜਾ ਪ੍ਰੋਗਰਾਮ ਸੀ ਉਹਦਾ ਮੈਂ ਕੰਪੇਅਰ ਵੀ ਸੀ ਉਹਦਾ ਪ੍ਰੋਡਿਊਸਰ ਵੀ ਸੀ ਹਾਂ ਠੀਕ ਫਿਰ ਉਹ ਮੈਂ ਕਰਦਾ ਰਿਹਾ ਫਿਰ ਨਿਊਜ਼ ਸ਼ੁਰੂ ਕਰਤੀਆਂ ਨਿਊਜ਼ ਪੜ੍ਹਨਾ ਸ਼ੁਰੂ ਕਰਤੀਆਂ ਫਿਰ ਨਿਊਜ਼ ਪੜ੍ਹਦਾ ਰਿਹਾ ਔਰ ड्रामा लिखा फीचर लिखे डॉक्यूमेंट्रीज लिखियां बल्कि मैं खुशकिस्मत हाँ कि रेडियो पाकिस्तान जितनी भी आवाज दी और लिखन दी फॉर्मेट ने वो मैं सारियां कीतियां ने अल्हम्दुलिल्लाह और अहमद लतीफ साहब भी हैरानी होएगी तुहानू कि साडे इत्थे लाहौर जदों मैं सां असर दी अजान दी मैं अनाउंसमेंट कीती ते उस वक्त हुंदे स्पूल टेप हुंदे सी ਉਹ ਉਹਨੇ ਜਦੋਂ ਇੰਜੀਨੀਅਰ ਨੇ ਦਬਾਇਆ ਬਟਨ ਤੇ ਉਹ ਸਪੂਲ ਟੁੱਟ ਗਿਆ ਠੀਕ ਔਰ ਉਹ ਬੜਾ ਪਰੇਸ਼ਾਨ ਹੋ ਗਿਆ ਹੁਣ ਕੀ ਕਰਾਂਗੇ ਕਿ ਹੁਣ ਕੀ ਕਰੀਏ ਮੈਂ ਉਹਨੂੰ ਕਿਹਾ ਮੈਨੂੰ ਮਾਈਕ ਦੇ ਉਹਨੇ ਮੈਨੂੰ ਮਾਈਕ ਦਿੱਤਾ ਤੇ ਫਿਰ ਮੈਂ ਲਾਈਵ ਅਜ਼ਾਨ ਪੜ੍ਹੀ ਪੂਰੀ ਵਾਹ ਵਾਹ ਯਾਨੀ ਇਹ ਰਹਿੰਦਾ ਸੀ ਸ਼ਾਇਦ ਉਹ ਵੀ ਹੋ ਗਿਆ ਵਾਹ ਵਾਹ तो इस तरह मैं रेडियो दी तमाम फॉर्मेट विच काम कीता है और फिर टीवी दी मैं तमाम फॉर्मेट विच काम कीता है बल्कि रेडियो बहावलपुर साडा एक शगुफे हुंदा सी मिजाहिया खाकियां दा प्रोग्राम ਉਹਦੇ ਚ ਮੈਂ ਇੱਕ ਪੈਰੋਡੀ ਵੀ ਲਿਖਦਾ ਸੀ ਮਸ਼ਹੂਰ ਗਾਣੇ ਔਰ ਮਸ਼ਹੂਰ ਕਵਾਲੀਆਂ ਦੀ ਤੇ ਉਹ ਅਸੀਂ ਮਿਲ ਕੇ ਗਾਉਂਦੇ ਹੁੰਦੇ ਸੀ ਮੈਂ ਗਾਇਆ ਵੀ ਹੈ ਰੇਡੀਓ ਤੇ ਅੱਛਾ ਵਾਹ ਜੀ ਵਾਹ ਸਾਰੀ ਫਾਰਮੈਟ ਮੁਕੰਮਲ ਹੋ ਗਈ ਅੱਛਾ ਇਹ ਕਿਤਾਬਾਂ ਡਰਾਮੇ ਅਫਸਾਨੇ ਨਜ਼ਮਾਂ ਨਾਤਾਂ ਇਹ ਵੀ ਕੋਈ ਕਿਤਾਬਾਂ ਵਿੱਚ ਚੰਗੀਆਂ ਭਲੀਆਂ ਛਾਪੀਆਂ ਤੁਹਾਡੀਆਂ ਜੀ ਅਲਹਮਦੁਲਿਲਾ ਕੋਈ 11 ਮਜਮੂਏ ਹੋ ਗਏ ਨੇ ਸਭ ਤੋਂ ਪਹਿਲੇ ਤੇ ਮੈਂ ਸ਼ੇਰੀ ਮਜਮੂਆ ਲਿਆਂਦਾ ਸੀ ਤਾਬੀਰਾਂ ਜੋ ਖਾਬ ਹੋਏ ਲਾਹੌਰ ਵਿੱਚ ਉਰਦੂ ਸ਼ੇਰੀ ਮਜਮੂਆ ਸੀ ਫਿਰ ਮੇਰਾ ਕਾਲਮਾਂ ਦਾ ਮਜਮੂਆ ਮੈਂ ਅਖਬਾਰਾਤ ਵਿੱਚ ਕਾਲਮ ਵੀ ਲਿਖਦਾ ਰਿਹਾ ਤੇ ਕਾਲਮਾਂ ਦਾ ਮਜਮੂਆ ਸੀ ਬਰਾਹ ਰਾਸਤ ਉਹਦੇ ਬਾਅਦ ਫਿਰ ਮੇਰਾ ਸ਼ੇਰੀ ਮਜਮੂਆ ਆਇਆ ਔਰ ਧੂਪ ਉਗਲਦਾ ਚਾਂਦ ਹੈ ਵਾਹ 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 अच्छा ਉਹਦੇ ਬਾਅਦ ਫਿਰ ਮੇਰੀਆਂ 4 ਕਿਤਾਬਾਂ ਆਈਆਂ ਸੀਰਤ ਤੇ ਵਾਹ ਬੇ ਵਾਹ ਸਾਊਦੀ ਅਰਬ ਰਿਆਜ਼ ਤੋਂ ਦਾਰੁਸ ਸਲਾਮ ਨੇ ਛਾਪੀਆਂ ਵਾਹ ਔਰ ਉਹਦੇ ਤੇ ਮੈਨੂੰ ਫਿਰ ਸਦਾਰਤੀ ਅਵਾਰਡ ਮਿਲਿਆ ਇੱਕ ਸੀਰਤ ਦੀ ਕਿਤਾਬ ਤੇ ਉਹਦੇ ਬਾਅਦ ਜਨਾਬ ਫਿਰ ਕੋਈ ਮੇਰੇ ਖਾਕਿਆਂ ਦੇ ਇੱਕ ਕਿਤਾਬ ਆਈ ਇੱਕ ਡਰਾਮਿਆਂ ਦੀ ਕਿਤਾਬ ਆਈ ਮਿਲ ਮਿਲਾ ਕੇ ਫਿਰ ਇੱਕ ਮੈਂ ਸੋਚਿਆ ਕਿ ਮੇਰੀ ਆਪਣੀ ਜ਼ੁਬਾਨ ਸਰਾਇਕੀ ਕਿਤਾਬ ਹੋਣੀ ਚਾਹੀਦੀ ਹੈ ਫਿਰ ਮੈਂ ਉਹਦੇ ਚ ਨਜ਼ਮਾਂ ਗਜ਼ਲਾਂ ਨਾਤਾਂ ਕਹੀਆਂ ਤੇ ਉਹ ਮੇਰਾ ਮਜਮੂਆ ਆਇਆ ਦੁਸਕ ਪਿਆ ਅਸਮਾਨ ਫਿਰ ਉਹਦੇ ਬਾਅਦ ਇੱਕ ਪੂਰਾ ਮਜਮੂਆ ਸਾਰੇ ਹਰਫ ਮੁਹੱਬਤ ਕੇ ਇਹ ਨਾਤਾਂ ਦਾ ਮਜਮੂਆ ਹੈ ਵਾਹ ਜੀ ਵਾਹ 100 ਨਾਤਾਂ ਨੇ ਇਹਦੇ ਚ ਉਹ ਫਿਰ ਆਇਆ ਉਹਦੇ ਬਾਅਦ ਫਿਰ ਮੈਂ ਕੰਮ ਸ਼ੁਰੂ ਕੀਤਾ ਅਲਾਮਾ ਇਕਬਾਲ ਦੀਆਂ तमाम ਜਿਹੜੀ ਤਵੀਲ ਨਜ਼ਮਾਂ ਨੇ ਉਹਨਾਂ ਦਾ ਠੇਠ ਸਰਾਇਕੀ ਜ਼ੁਬਾਨ ਵਿੱਚ ਮੰਜ਼ੂਮ ਤਰਜਮਾ ਵਾਹ ਜੀ ਵਾਹ ਉਹ ਵੀ ਛਪ ਗਿਆ ਹੈ ਬਹੁਤ ਅੱਛੇ ਇਨਸ਼ਾਅੱਲਾ ਉਹ
ਆ ਰਿਹਾ ਹੈ ਫੈਸਲਾਬਾਦ ਤੋਂ ਡਾਕਟਰ ਰਿਆਜ਼ ਮਜੀਦ ਸਾਹਿਬ ਨੇ ਛਾਪਿਆ। ਯਾਰ ਬੜਾ ਵੱਡਾ ਪਬਲਿਸ਼ਰ ਹੈ ਉਹ। ਹਾਂ, ਔਰ ਕਿਤਾਬ ਲੈ ਕੇ ਬਹਿ ਜਾਂਦਾ, ਬੜੀ ਮੁੱਦਤ ਬਾਅਦ ਛਾਪਦਾ ਔਰ ਜ਼ਬਰਦਸਤੀ ਲੈ ਗਿਆ ਸੀ ਮੇਰੇ ਕੋਲ। ਉਹਨਾਂ ਨੇ ਕਿਹਾ ਕਿ ਪੰਜਾਬੀ ਵਿੱਚ ਅਸੀਰ ਆਬਿਦ ਦਾ ਤਰਜੁਮਾ ਗਾਲਿਬ ਵਾਲਾ, ਵਾਹ ਜੀ ਵਾਹ, ਔਰ ਸਰਾਇਕੀ ਤੁਹਾਡਾ ਇਹ ਇਕਬਾਲ ਦਾ ਤਰਜੁਮਾ। ਇਹ ਮਵਾਜ਼ਨਾ ਹੀ ਬੜੀ ਗੱਲ ਹੈ ਜਨਾਬ। ਉਹਨਾਂ ਨੇ ਮਵਾਜ਼ਨਾ ਕਰਕੇ ਤੇ ਔਰ ਕਿਹਾ ਕਿ ਮੈਂ ਤੁਹਾਨੂੰ ਉਹੀ ਵੇਟੇਜ ਦੇ ਰਿਹਾ। ਵਾਹ 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 ਵਾਹ। ਤੇ ਔਰ ਉਹਨਾਂ ਨੇ ਕਿਹਾ ਕਿ ਇਹਦੇ ਜਿਹੜਾ ਤਖਲੀਕੀ ਜੋਹਰ ਹੈ, ਹਾਂ, ਉਹ ਦੀ ਵਜ੍ਹਾ ਤੋਂ ਇਹ ਮੈਂ ਲੈ ਕੇ ਜਾ ਰਿਹਾ, ਮੈਂ ਛਾਪਣਾ। ਵਾਹ ਵਾਹ ਉਹਨਾਂ ਨੇ ਛਾਪਿਆ, ਇਨਸ਼ਾਅੱਲਾ ਆਉਣ ਵਾਲਾ ਹੈ। ਫਿਰ ਮੈਂ ਕੁਰਾਨ ਪਾਕ ਦਾ ਠੇਠ ਸਰਾਇਕੀ ਜ਼ੁਬਾਨ ਵਿੱਚ ਤਰਜੁਮਾ ਕਰ ਰਿਹਾ। ਵਾਹ ਵਾਹ ਵਾਹ, ਉਹ ਵੀ 4 ਸਿਪਾਰੇ ਅਲਹਮਦੁਲਿਲਾ। ਵਾਹ ਬਈ ਵਾਹ। ਇਹ ਕਿੱਥੋਂ ਇਹਨੂੰ ਟਾਈਮ ਲੱਭ ਜਾਂਦਾ ਤੁਹਾਨੂੰ ਯਾਰ? ਇਹ ਤੁਸੀਂ ਅੱਲਾਹ ਪਾਕ ਦੇ ਦਿੰਦਾ ਟਾਈਮ ਵੀ, ਪੜ੍ਹਾਉਂਦੇ ਵੀ ਹੋ। ਔਰ ਇੱਕ ਹੋਰ ਮੈਂ ਥੋੜਾ ਜਿਹਾ ਚਾਹਾਂਗਾ ਕਿ ਥੋੜਾ ਜਿਹਾ ਅਸੀਂ ਐਜੂਕੇਸ਼ਨ ਦੀ ਤਰਫ ਵੀ ਜਾਈਏ। ਮੇਰੇ ਨਜ਼ਦੀਕ ਮਾਂ ਬੋਲੀ ਜਿਹੜੀ ਹੈ ਉਸ ਤੋਂ ਬਗੈਰ ਬੰਦਾ ਅੱਗੇ ਵੱਧ ਨਹੀਂ ਸਕਦਾ। ਪੂਰੀ ਦੁਨੀਆ ਦਾ ਮੰਨਿਆ ਪਰਮੰਨਿਆ ਜਿਹੜਾ ਅਸੂਲ ਜ਼ਾਬਤਾ ਹੈ ਉਹ ਇਹ ਹੈ ਕਿ ਤੁਸੀਂ ਮਾਂ ਬੋਲੀਆਂ 'ਚ ਤਾਲੀਮ ਦਿਓਗੇ ਤੇ ਕਿਸੇ ਕਾਤੀ ਲੱਗੋਗੇ। ਦੂਜੀ ਤੀਜੀ ਚੌਥੀ ਜ਼ੁਬਾਨ ਲੈ ਕੇ ਤੇ ਫਿਰ ਉਹ ਵਕਤਾ ਪਿਆ ਰਹਿੰਦਾ। ਤੇ ਇਹ ਮਾਂ ਬੋਲੀ ਦੇ ਜਿਹੜੇ ਮਾਮਲਾਤ ਨੇ, ਇਹਨੂੰ ਕਿਸ ਤਰ੍ਹਾਂ ਤੁਸੀਂ ਲੈਂਦੇ ਹੋ? ਐਜੂਕੇਸ਼ਨ ਦਾ ਸਾਡੀ ਰੇਸ਼ੋ ਜਿਹੜੀ ਨਹੀਂ ਵੱਧਦੀ ਪਈ, ਇਹਦੀ ਬੁਨਿਆਦੀ ਵਜ੍ਹਾ ਕੀ ਹੈ? ਫਿਰ ਪਾਕਿਸਤਾਨ ਹੈ ਜਿਹੜਾ ਪੂਰੇ ਦਾ ਪੂਰਾ ਇਹ ਕਸੀਰੁਲ ਕੌਮੀ ਕਸੀਰੁਲ ਲਿਸਾਨੀ ਮੁਲਕ ਹੈ। ਮੇਰੇ ਨਜ਼ਦੀਕ ਇਹ ਨਵੇਂ ਸਿਰੇ ਤੋਂ ਲਿਸਾਨੀ ਔਰ ਸਕਾਫਤੀ ਬੁਨਿਆਦਾਂ 'ਤੇ ਸੂਬਾਬੰਦੀ ਹੋਣੀ ਚਾਹੀਦੀ ਹੈ। ਤੇ ਕਿਆ ਇਹ ਜ਼ਰੂਰੀ ਨਹੀਂ ਸਾਨੂੰ ਬਚਾਉਣ ਵਾਸਤੇ? ਜੀ ਮੈਂ ਇਹ ਸਮਝਣਾ ਕਿ ਜਿਹੜੀਆਂ ਜ਼ੁਬਾਨਾਂ ਨੇ ਨਾ, ਉਹਨਾਂ ਦਾ ਮਾਮਲਾ ਇਸ ਤਰ੍ਹਾਂ ਹੈ ਜਿਵੇਂ ਇੱਕ ਬਾਗ ਹੁੰਦਾ ਹੈ ਨਾ, ਤੇ ਅਸੀਂ ਅਗਰ ਚਾਹੀਏ ਕਿ ਉਹਦੇ ਸਿਰਫ ਗੁਲਾਬ ਲਾ ਦਈਏ ਹਾਏ ਤੇ ਗੁਲਾਬ ਬੜੇ ਸੋਹਣੇ ਲੱਗਣਗੇ, ਹਾਂ, ਲੇਕਿਨ ਬਸ ਗੁਲਾਬ ਹੀ ਹੋਣਗੇ, ਬਸ ਗੁਲਾਬ ਹੀ ਹੋਣਗੇ। ਲੇਕਿਨ ਅਗਰ ਕਿਸੇ ਬਾਗ ਵਿੱਚ ਅਸੀਂ ਸਾਰੇ ਫੁੱਲ ਲਾ ਦਈਏ, ਮੁਰੱਕਾ ਪੂਰਾ, ਤੇ ਉਹਦੀ ਜਿਹੜੀ ਰੰਗਾਰੰਗੀ ਹੈ ਉਹ ਉਸ ਬਾਗ ਦੀ ਵਕਤ ਨੂੰ ਵਧਾ ਦੇਗੀ, ਉਹਦੇ ਹੁਸਨ ਨੂੰ ਜ਼ਿਆਦਾ ਖੂਬਸੂਰਤ ਮਾਸ਼ਾਅੱਲਾ ਮਾਸ਼ਾਅੱਲਾ। ਤੇ ਪਾਕਿਸਤਾਨ ਵਿੱਚ ਵੀ ਇਹੀ ਮਾਮਲਾ ਹੈ ਕਿ ਇਹ ਜਿਹੜੀਆਂ ਜ਼ੁਬਾਨਾਂ ਨੇ ਸਾਰੀਆਂ, ਇਹ ਸਾਡੇ ਇਸੇ ਤਰ੍ਹਾਂ ਦੇ ਫੁੱਲ ਨੇ ਔਰ ਇਹਨਾਂ ਸਾਰਿਆਂ ਦਾ ਵਜੂਦ ਬਹੁਤ ਜ਼ਰੂਰੀ ਹੈ। ਤੇ ਮਾਂ ਬੋਲੀ 'ਚ ਅਗਰ ਤਾਲੀਮ ਦੇਾਂਗੇ ਤੇ ਉਹ ਜਿਹੜਾ ਇਸ ਮਸਲੇ ਨੂੰ ਸਭ ਤੋਂ ਪਹਿਲੇ ਜਿਹੜਾ ਨਾ ਪਿਤਰਸ ਬੁਖਾਰੀ ਨੇ ਉਠਾਇਆ ਸੀ ਆਪਣੇ ਦੌਰ ਵਿੱਚ, ਬਿਲਕੁਲ, ਔਰ ਉਸ ਵਕਤ ਤੋਂ ਇਹ ਚੱਲਿਆ ਆ ਰਿਹਾ ਮਾਮਲਾ ਕਿ ਜਿਹੜਾ ਹੁਣ ਪਾਕਿਸਤਾਨ ਵਿੱਚ ਇੱਕ ਸ਼ਾਇਦ ਜ਼ਰੂਰਤ ਹੈ ਸਾਡੀ, ਉਹ ਇਹ ਵੇ ਕਿ ਮੈਂ ਗਿਲਗਿਤ ਜਾਣਾ ਜਾਂ ਮੈਂ ਸਿੰਧ ਚਲਾ ਜਾਣਾ, ਬਲੋਚਿਸਤਾਨ ਵਿੱਚ ਚਲਾ ਜਾਣਾ, ਤੇ ਮੈਂ ਕਿਸ ਤਰ੍ਹਾਂ ਆਪਣੀ ਗੱਲ ਸਮਝਾ ਪਾਵਾਂ। ਨਹੀਂ, ਉਰਦੂ ਕੌਮੀ ਰਾਬਤੇ ਦੀ ਜ਼ੁਬਾਨ ਹੈ। ਉਰਦੂ ਬਹੁਤ ਜ਼ਰੂਰੀ ਹੈ, ਕੌਮੀ ਰਾਬਤੇ ਦੀ ਜ਼ੁਬਾਨ ਹੈ, ਕੌਮੀ ਰਾਬਤੇ ਦੀ ਜ਼ੁਬਾਨ ਦੇ ਤੌਰ ਤੇ ਬਹੁਤ ਜ਼ਰੂਰੀ ਹੈ। ਲੇਕਿਨ ਦੀਗਰ ਪਾਕਿਸਤਾਨੀ ਜ਼ੁਬਾਨਾਂ, ਮੈਂ ਉਹਨਾਂ ਨੂੰ ਪਾਕਿਸਤਾਨੀ ਜ਼ੁਬਾਨ, ਬਿਲਕੁਲ ਇਲਾਕਾਈ ਜ਼ੁਬਾਨ ਨਹੀਂ, ਬਿਲਕੁਲ ਪਾਕਿਸਤਾਨੀ ਜ਼ੁਬਾਨ, ਸਾਰੀਆਂ ਪਾਕਿਸਤਾਨੀ ਜ਼ੁਬਾਨਾਂ ਵੀ ਬਹੁਤ ਜ਼ਰੂਰੀ ਹੈ, ਬਲਕਿ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਤਾਂ ਬਚਾਇਆ, ਦਰਅਸਲ ਪਾਕਿਸਤਾਨ ਬਚਾਣਾ ਹੈ ਜੀ, ਉਹਨਾਂ ਨੂੰ ਬਚਾਓਗੇ ਤੇ ਪਾਕਿਸਤਾਨ ਬਚਾਓਗੇ। ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ। ਔਰ ਬਚਾਇਆ ਕਿਸ ਤਰ੍ਹਾਂ ਜਾ ਸਕਦਾ ਹੈ? ਜਿਵੇਂ ਤੁਸੀਂ ਕਿਹਾ, ਉਹਨਾਂ ਨੂੰ ਅਸੀਂ ਆਪਣੇ ਤਾਲੀਮੀ ਇਦਾਰਿਆਂ 'ਚ ਰਾਜ ਕਰ ਦਈਏ, ਉਹਨਾਂ ਦਾ ਨਿਸਾਬ ਬਣਾਈਏ। ਅੱਛਾ, ਹੁਣ ਥੋੜੀਆਂ ਜਿਹੀਆਂ ਮੈਂ ਮੁੱਕਣ ਲੱਗਾ ਕੰਮ, ਤੇ ਦੋ ਗੱਲਾਂ ਮੈਂ ਜ਼ਰਾ ਸ਼ਰਾਰਤ ਵਾਲੀਆਂ ਵੀ ਕਰਨੀਆਂ ਨੇ। ਇਹ ਜਿਹੜੇ ਅਵਾਰਡ ਸ਼ਵਾਰਡ ਹੁੰਦੇ ਨੇ, ਇਹ ਪ੍ਰਾਈਡ ਪਰਫਾਰਮੈਂਸ ਤੇ ਫਲਾਣ ਤੇ ਟੀਂਗ ਤੇ ਰੇਡੀਓ ਤੇ ਟੀਵੀ, ਇਹ ਕਿੰਜ ਲੱਭਦੇ ਨੇ? ਜ਼ਰਾ ਦੱਸਣਾ ਮੈਨੂੰ। ਕਦੀ ਕਦੀ ਇੰਜ ਵੀ ਲੱਭ ਜਾਂਦੇ ਨੇ ਅਹਿਮਦ ਲਤੀਫ ਸਾਹਿਬ ਕਿ ਮੈਨੂੰ ਟੀਵੀ ਲਾਹੌਰ ਤੋਂ ਫੋਨ ਆਂਦਾ ਹੈ कि जी आपको ना बेस्ट न्यूज़ कास्टर का अवार्ड दिया जा रहा है। अच्छा जी, मैं बड़ा खुश हो गया माशाल्लाह। कदे-कदे इंज भी होता है, मिल गया। अच्छा, फिर अगले साल भी इंज ही मैं खबरां पढ़न गया ते मैंने उत्थे लेटर दिता गया कि जी जीएम साहब मुनीज़ा हाशमी साहब उन्हां वालों जी ये तुहानू अवार्ड दिता जा रहा है। कदी इंज मिल जांदा है, कदी इंज हुंदा है कि मेरा नाम इत्थों इस्लामाबाद तो प्राइड ऑफ परफॉर्मेंस ਲਈ ਜਾਂਦਾ ਹੈ ਔਰ ਫਿਰ ਉਹਦਾ ਕੋਈ ਪਤਾ ਨਹੀਂ ਉਹ ਕਿੱਥੇ ਜਾਂਦਾ ਹੈ, ਬਣਿਆ, ਉਹ ਕਿੱਥੇ ਗੁੰਮ ਹੋ ਜਾਂਦਾ ਹੈ। ਫਿਰ ਪਿਛਲੇ ਦਿਨਾਂ ਹੋਏ ਸਾਡੇ ਰੇਡੀਓ ਪਾਕਿਸਤਾਨ ਦੇ ਡਾਇਮੰਡ ਜੁਬਲੀ ਅਵਾਰਡਸ, ਉਹਦੇ ਚ ਵੀ ਨਾ ਸੀ, ਮੈਂ ਨੋਮੀਨੀ ਸੀ, ਲੇਕਿਨ ਉਹ ਅਵਾਰਡ ਜਿਸ ਦੋਸਤ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ, ਲੇਕਿਨ ਮੈਂ ਸਮਝਣਾ ਕਿ ਸ਼ਾਇਦ ਮੇਰਾ ਵੀ ਉਹਦੇ ਚ ਕੋਈ ਹੱਕ ਬਣਦਾ ਸੀ ਜੋ ਮੈਂ ਕੰਮ ਕੀਤਾ ਹੈ ਉਹਦੇ ਤਹਿਤ ਮੇਰੀ ਨਾ ਕੋਈ ਜਿਊਰੀ ਸ਼ਿਊਰੀ ਸੀ ਉਹ ਜਾਂ ਪਿਕ ਐਂਡ ਚੂਜ਼ ਸੀ। ਬਸ ਹੁਣ ਉਹ ਜਿਹੜੀ ਸ਼ਰਾਰਤ ਤੁਸੀਂ ਕੀਤੀ ਹੈ ਉਹਦਾ ਜਵਾਬ ਹੈ ਕਿ ਕਦੀ ਕਦੀ ਇੰਜ ਵੀ ਹੋ ਜਾਂਦਾ, ਦਿਲਚਸਪੀਆਂ ਵੀ ਹੁੰਦੀਆਂ। ਹਾਏ ਹਾਏ, ਅੱਛਾ, ਕਦੀ ਕਦੀ ਇੰਜ ਵੀ ਹੁੰਦਾ ਤੇ ਕੁਝ ਦੋ ਚਾਰ ਮਿਸਰੇ ਸੁਣਾ ਦਿਓ ਨਾ ਸਾਨੂੰ। ਮੈਂ ਇੱਕ ਨਾਤ ਦੇ ਜੀ ਬਿਸਮਿਲ੍ਲਾ ਤੁਹਾਨੂੰ ਅਸ਼ਆਰ ਸੁਣਾ ਦੇਣਾ ਕਿ ਤਹਿਸੀਨ ਕਰੂੰ ਪੇਸ਼ ਮੇਰੀ ਤਾਬ ਸੁਖਨ ਕਿਆ,
تحسین کروں پیش میری تاب سخن کیا تیرے در احسن سے ہے کیا حسن حسن کیا آئے اور ایک پورا تمدن ہے تیری سیرت اطہر سبحان اللہ دیکھنا سر ہاں ایک پورا تمدن ہے ہاں تیری سیرت اطہر اطہر تہذیب نے سیکھا کہ ہے تہذیب کا فن کیا اللہ اکبر تو فلسفہ و حکمت و دانش کا ہے دائی تو فلسفہ و حکمت و دانش کا ہے دائی مدعو تیرے ادوار و تواریخ و زمن کیا آہا مفہوم شناسا ہے تیرے لطف سے ہر لفظ آہا مفہوم شناسا ہے تیرے لطف سے ہر لفظ سرنامہ و دی باچا و مضمون و سخن کیا واہ مزہ ਆ ਗਿਆ ਜਨਾਬ ਅੱਜ ਸਾਡੇ ਨਾਲ ਇਰਫਾਨ ਜਮੀਲ ਹੈਗੇ ਸਨ ਤੇ ਅਸਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਆਪਣੇ ਯਾਰ ਆਪਣੇ ਬੇਲੀ ਅਹਿਮਦ ਲਤੀਫ ਨੂੰ ਇਜਾਜ਼ਤ ਦਿਓ ਅੱਲਾ ਬੇਲੀ